ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵੈਲਕਮ ਟੂ ਗੋਇਲਾ IAS। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ PPSC HDO ਦੀ ਅਸੀਂ ਤੁਹਾਡੇ ਲਈ ਸੀਰੀਜ਼ ਲੈ ਕੇ ਆ ਰਹੇ ਹਾਂ। ਸੀਰੀਜ਼ ਦਾ ਅੱਜ ਪਾਰਟ 3 ਤੁਹਾਡੇ ਨਾਲ ਡਿਸਕਸ ਕਰਾਂਗੇ। ਆਲਰੇਡੀ ਸਾਡੇ 2 ਲੈਕਚਰਸ ਕਵਰ ਹੋ ਚੁੱਕੇ ਹਨ, ਜਿਹਦੇ ਵਿੱਚ ਅਸੀਂ 5 ਕੁਐਸਚਨਸ ਡੇਲੀ ਤੁਹਾਡੇ ਲਈ ਲੈ ਕੇ ਆ ਰਹੇ ਹਾਂ। PPSC HDO ਦੀ ਵੈਕੈਂਸੀ ਉਹਨਾਂ ਸਟੂਡੈਂਟਸ ਦੇ ਲਈ ਹੈ ਜਿਨ੍ਹਾਂ ਨੇ ਆਪਣੀ ਮਾਸਟਰਸ ਹਾਰਟੀਕਲਚਰ ਦੇ ਵਿੱਚ ਕੀਤੀ ਹੋਈ ਹੈ ਤੇ ਜਿਨ੍ਹਾਂ ਨੇ ਫਾਰਮ ਫਿਲ ਕੀਤਾ ਹੋਇਆ ਹੈ। ਜੇਕਰ ਤੁਸੀਂ ਫਾਰਮ ਫਿਲ ਕੀਤਾ ਹੋਇਆ ਹੈ, ਤੁਹਾਡੀ ਮਾਸਟਰਸ ਹਾਰਟੀਕਲਚਰ ਦੇ ਵਿੱਚ ਹੈ, ਤਾਂ ਇਹ ਅੱਜ ਦਾ ਲੈਕਚਰ ਤੁਹਾਡੇ ਲਈ ਹੈ। ਇਸ ਲੈਕਚਰ ਨੂੰ ਜ਼ਰੂਰ ਦੇਖੋ। ਇਹਦੇ ਵਿੱਚ ਅਸੀਂ ਇੰਪੋਰਟੈਂਟ 5 ਕੁਐਸਚਨਸ ਅ ਡੇ ਡੇਲੀ ਤੁਹਾਡੇ ਨਾਲ ਡਿਸਕਸ ਕਰਾਂਗੇ। So first question is, for Kinnu Mandarin under the saline alkaline soil conditions of North Indian plains, which root stock is most suitable? Question ਦੇ ਵਿੱਚ ਕੀ ਹੈ ਕਿ ਕਿੰਨੂ ਦਾ ਅਸੀਂ ਬਾਗ ਲਗਾ ਰਹੇ ਹਾਂ, ਕਿੰਨੂ ਮੈਂਡਰਿਨ ਦਾ, ਅੰਡਰ ਦ ਸਲਾਈਨ ਐਂਡ ਅਲਕਲਾਈਨ ਸੋਇਲ ਕੰਡੀਸ਼ਨ। ਤੇ ਸੋਇਲ ਕਿਵੇਂ ਦੀ ਪ੍ਰੋਵਾਈਡਡ ਹੈ ਸਾਨੂੰ? ਸਲਾਈਨ, ਯਾਨੀ ਕਿ ਸਾਲਟ ਕੰਟੈਂਟ ਜ਼ਿਆਦਾ ਹੈ, ਸੈਲਿਨਿਟੀ ਵਾਲੀ ਕੰਡੀਸ਼ਨ ਹੈ। ਤੇ ਕਿੱਥੇ ਗਰੋ ਕਰਦੇ ਆ? ਨਾਰਥ ਇੰਡੀਆ ਪਲੇਨਸ ਦੇ ਏਰੀਆ ਦੇ ਵਿੱਚ। ਤੇ ਨਾਰਥ ਇੰਡੀਅਨ ਰੀਜਨਸ ਦੇ ਵਿੱਚ ਅਗਰ ਅਸੀਂ ਕਿੰਨੂ ਲਗਾਉਣਾ ਹੈ ਤਾਂ ਕਿਹੜੇ ਰੂਟ ਸਟਾਕ ਨੂੰ ਅਸੀਂ ਜ਼ਿਆਦਾ ਪ੍ਰੈਫਰ ਕਰਾਂਗੇ? ਕਿਉਂਕਿ ਜਿਹੜੀ ਤੁਹਾਨੂੰ ਪਤਾ ਹੈ ਕਿ ਕਿੰਨੂ ਦੀ ਜਿਹੜੀ ਪ੍ਰੋਪੇਗੇਸ਼ਨ ਹੈ ਉਹਦੇ ਵਿੱਚ ਡਿਸੀਜ਼ ਰੈਜ਼ਿਸਟੈਂਸੀ ਤੇ ਕੁਆਲਿਟੀ ਇੰਪਰੂਵ ਕਰਨ ਲਈ ਅਸੀਂ ਰੂਟ ਸਟਾਕਸ ਨੂੰ ਯੂਜ਼ ਕਰਦੇ ਹਾਂ। ਤਾਂ ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਰੂਟ ਸਟਾਕ ਹੈ ਜਿਹੜੀ ਸਭ ਤੋਂ ਜ਼ਿਆਦਾ ਸੂਟੇਬਲ ਰਹੇਗੀ? ਆਪਸ਼ਨ A ਇਜ਼ ਰਫ ਲੈਮਨ, ਸਿਟਰਸ ਜੰਬੀਰੀ, ਜੱਟੀ ਖੱਟੀ। ਆਪਸ਼ਨ C ਰਾਂਗਪੁਰ ਲਾਈਮ, ਜਾਂ ਫਿਰ ਆਪਸ਼ਨ D ਟ੍ਰਾਈਫੋਲੀਏਟ ਔਰੇਂਜ। ਪਹਿਲੇ ਤੁਸੀਂ ਕੁਐਸਚਨ ਨੂੰ ਪੜ੍ਹੋ। ਕੁਐਸਚਨ ਦੇ ਵਿੱਚ ਹੈ ਕਿ ਸਾਨੂੰ ਕਿੰਨੂ ਦੀ ਜਿਹੜੀ ਮੈਂਡਰਿਨ ਦੀ ਵੈਰਾਈਟੀ ਹੈ ਉਹ ਕਿਹੜੀ ਰੂਟ ਸਟਾਕ ਹੈ ਜਿਹੜੀ ਸਭ ਤੋਂ ਜ਼ਿਆਦਾ ਸੂਟੇਬਲ ਹੈ, ਜਿਹਨੂੰ ਅਸੀਂ ਨਾਰਥ ਇੰਡੀਅਨ ਪਲੇਨਸ ਦੇ ਵਿੱਚ ਗਰੋ ਕਰ ਸਕਦੇ ਹਾਂ। ਸੋਇਲ ਦੀ ਕੰਡੀਸ਼ਨ ਕਿਹੜੀ ਮੈਂਸ਼ਨ ਹੈ? ਸਲਾਈਨ ਜਾਂ ਫਿਰ ਅਲਕਲਾਈਨ ਸੋਇਲ ਹੈ। ਤਾਂ ਆਪਸ਼ਨਸ ਨੂੰ ਐਨਾਲਾਈਜ਼ ਕਰੋ ਤੇ ਸੋਚੋ ਕਿ ਆਨਸਰ ਕੀ ਹੋ ਸਕਦਾ ਹੈ। So the correct answer is option number B, that is जट्टी खट्टी। ਹੁਣ ਇਹਦਾ ਰੀਜ਼ਨ ਵੀ ਕੀ ਹੈ? ਜੱਟੀ ਖੱਟੀ ਇੱਕ ਟਾਈਪ ਆਫ ਰਫ ਲੈਮਨ ਵੈਰਾਈਟੀ ਹੈ। It is highly recommended in North Indian zones for kinnu production under the saline and alkaline condition. It provides a good vigor and yield. ਜਿਹੜੀ ਜੱਟੀ ਖੱਟੀ ਵੈਰਾਈਟੀ ਹੈ ਮੈਂਡਰਿਨ ਦੀ ਵੈਰਾਈਟੀ ਹੈ, ਕਿੰਨੂ ਮੈਂਡਰਿਨ ਦੀ ਵੈਰਾਈਟੀ ਹੈ। ਰਫ ਲੈਮਨ ਹੁੰਦਾ ਜਿਹੜਾ ਕਿੱਥੇ ਗਰੋ ਕੀਤਾ ਜਾਂਦਾ? ਨਾਰਥ ਇੰਡੀਅਨ ਜ਼ੋਨ ਦੇ ਵਿੱਚ। ਸਭ ਤੋਂ ਜ਼ਿਆਦਾ ਸੂਟੇਬਲ ਹੈ, ਸਲਾਈਨ ਤੇ ਅਲਕਲਾਈਨ ਕੰਡੀਸ਼ਨਸ ਨੂੰ ਈਜ਼ੀਲੀ ਟੋਲਰੇਟ ਕਰ ਸਕਦੀ ਹੈ। ਉਸ ਤੋਂ ਬਾਅਦ ਅਗਰ ਅਸੀਂ ਰਾਂਗਪੁਰ ਲਾਈਮ ਦੀ ਗੱਲ ਕਰੀਏ ਤਾਂ ਇਹ ਸਭ ਤੋਂ ਜ਼ਿਆਦਾ ਸੂਟੇਬਲ ਹੁੰਦੀ ਹੈ ਐਸਿਡਿਕ ਸੋਇਲਸ ਦੇ ਵਿੱਚ। ਐਸਿਡਿਕ ਸੋਇਲਸ ਜਿਨ੍ਹਾਂ ਦਾ pH ਲੈਵਲ ਬਹੁਤ ਜ਼ਿਆਦਾ ਲੋ ਹੈ, ਐਸਿਡ ਕੰਟੈਂਟ ਜ਼ਿਆਦਾ ਹੈ, ਉੱਥੇ ਰਾਂਗਪੁਰ ਲਾਈਮ ਨੂੰ ਯੂਜ਼ ਕੀਤਾ ਜਾਂਦਾ ਹੈ। ਟ੍ਰਾਈਫੋਲੀਏਟ ਔਰੇਂਜ ਇਜ਼ ਕੋਲਡ ਟੋਲਰੈਂਟ ਬਟ ਪਰਫੋਰਮਸ ਪੂਅਰਲੀ ਇਨ ਹਾਈ pH ਸੋਇਲ। ਤੇ ਜਿਹੜੀ ਸਾਡੇ ਕੋਲ ਇੱਕ ਹੋਰ ਆਪਸ਼ਨ ਗਿਵਨ ਸੀ ਟ੍ਰਾਈਫੋਲੀਏਟ ਔਰੇਂਜ, ਉਹਦਾ ਫੀਚਰ ਕੀ ਹੈ ਕਿ ਉਹ ਕੋਲਡ ਟੋਲਰੈਂਟ ਹੈ। ਕੀ ਹੈ? ਕੋਲਡ ਟੋਲਰੈਂਟ। ਹੁਣ ਸਾਡੇ ਕੋਲ 4 ਆਪਸ਼ਨ ਸੀਗੀਆਂ, ਜਿਹਦੇ ਵਿੱਚ ਇੱਕ ਰਫ ਲੈਮਨ ਹੈ, ਦੈਟ ਇਜ਼ ਸਿਟਰਸ ਜੰਬੀਰੀ। ਜੱਟੀ ਖੱਟੀ ਦੀ ਅਗਰ ਅਸੀਂ ਗੱਲ ਕਰੀਏ ਤਾਂ ਜੱਟੀ ਖੱਟੀ ਦਾ ਸਾਨੂੰ ਪਤਾ ਲੱਗ ਗਿਆ ਕਿ ਨਾਰਥ ਇੰਡੀਅਨ ਏਰੀਆਜ਼ ਦੇ ਵਿੱਚ ਜਿੱਥੇ ਸਲਾਈਨ ਅਲਕਲਾਈਨ ਕੰਡੀਸ਼ਨਸ ਹੈ ਉੱਥੇ ਗਰੋ ਕੀਤੀ ਜਾਂਦੀ ਹੈ। ਅਗਰ ਅਸੀਂ ਰਾਂਗਪੁਰ ਲਾਈਮ ਦੀ ਗੱਲ ਕਰੀਏ ਤਾਂ ਇਹ ਉੱਥੇ ਗਰੋ ਕੀਤੀ ਜਾਂਦੀ ਹੈ ਜਿੱਥੇ ਸਾਡੇ ਕੋਲ ਐਸਿਡਿਕ ਕੰਡੀਸ਼ਨਸ ਹੋਣ। ਜੇਕਰ ਅਸੀਂ ਟ੍ਰਾਈਫੋਲੀਏਟ ਔਰੇਂਜ ਦੀ ਗੱਲ ਕਰੀਏ ਤਾਂ ਟ੍ਰਾਈਫੋਲੀਏਟ ਔਰੇਂਜ ਜਿਹੜੀ ਹੈ ਉਹ ਇੱਕ ਐਵੇਂ ਦੀ ਵੈਰਾਈਟੀ ਹੈ ਜਿਹੜੀ ਕਿ ਕੋਲਡ ਟੋਲਰੈਂਟ ਹੈ। ਕੀ ਹੈ? ਕੋਲਡ ਟੋਲਰੈਂਟ ਹੈ ਤੇ ਪਰਫੋਰਮ ਪੂਅਰਲੀ ਇਨ ਦੀ ਹਾਈ pH ਸੋਇਲ। ਮਤਲਬ ਕਿ ਅਗਰ ਤੁਹਾਡੀ ਸੋਇਲ ਦੇ ਵਿੱਚ pH ਲੈਵਲ ਬਹੁਤ ਜ਼ਿਆਦਾ ਹਾਈ ਹੈ, ਬੇਸਿਸਿਟੀ ਲੈਵਲ ਜ਼ਿਆਦਾ ਹਾਈ ਹੈ, ਤਾਂ ਉੱਥੇ ਇਹ ਗਰੋ ਨਹੀਂ ਕਰ ਪਾਏਗੀ। ਸਿਰਫ ਇਹਦੇ ਵਿੱਚ ਜਿਹੜਾ ਮੇਜਰ ਫੀਚਰ ਹੈ ਉਹ ਕੀ ਹੈ? ਇਟ ਇਜ਼ ਕੋਲਡ ਟੋਲਰੈਂਟ, ਮਤਲਬ ਲੋ ਟੈਂਪਰੇਚਰ ਨੂੰ ਟੋਲਰੇਟ ਕਰ ਸਕਦੀ ਹੈ। Next question is, in onion seed production, the most critical stage for irrigation where the moisture stress can cause the maximum reduction in seed yield. ਜੇਕਰ ਅਸੀਂ ਅਨੀਅਨ ਦੀ ਗੱਲ ਕਰੀਏ, ਪਿਆਜ਼ ਦੀ ਗੱਲ ਕਰੀਏ, ਤਾਂ ਸਭ ਤੋਂ ਜ਼ਿਆਦਾ ਕ੍ਰਿਟੀਕਲ ਸਟੇਟ ਆਫ ਇਰੀਗੇਸ਼ਨ ਕਿਹੜੀ ਹੈ? ਜਿਹਦੇ ਵਿੱਚ ਅਗਰ ਮੋਇਸਚਰ ਸਟ੍ਰੈਸ ਆ ਗਿਆ, ਮਤਲਬ ਤੁਸੀਂ ਪ੍ਰੋਪਰ ਇਰੀਗੇਸ਼ਨ ਨਹੀਂ ਪ੍ਰੋਵਾਈਡ ਕੀਤੀ, ਤਾਂ ਸਭ ਤੋਂ ਜ਼ਿਆਦਾ ਲਾਸ ਹੋਣ ਵਾਲਾ ਹੈ। ਸਾਨੂੰ ਕੁਐਸਚਨ ਦੇ ਵਿੱਚ ਇਹ ਪੁੱਛਿਆ ਗਿਆ ਹੈ, ਅਸੀਂ ਪਿਆਜ਼ ਲਗਾ ਰਹੇ ਹਾਂ, ਉਹਦੇ ਵਿੱਚ ਕਿਹੜੇ ਫੇਜ਼ ਦੇ ਵਿੱਚ ਇਰੀਗੇਸ਼ਨ ਦੇਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਨਹੀਂ ਤਾਂ ਸਾਨੂੰ ਲਾਸ ਦੇਖਣਾ ਪਏਗਾ।
ਸਾਡੇ ਆਪਸ਼ਨਸ ਹਨ ਆਪਸ਼ਨ A ਬਲਬ ਫਾਰਮੇਸ਼ਨ, ਜਦੋਂ ਅਨੀਅਨ ਦੀ ਬਲਬ ਫਾਰਮਸ ਹੁੰਦੀ ਹੈ। ਆਪਸ਼ਨ B ਨੈਕ ਫਾਲ ਸਟੇਜ। ਨੈਕ ਫਾਲ ਸਟੇਜ ਕੀ ਹੈ? ਇੱਕ ਤਰ੍ਹਾਂ ਦਾ ਹਾਰਵੈਸਟਿੰਗ ਇੰਡੈਕਸ ਹੈ ਜਿਹੜਾ ਸਾਨੂੰ ਸ਼ੋ ਕਰਦਾ ਹੈ ਕਿ ਸਾਡੀ ਕ੍ਰੌਪ ਮੈਚਿਓਰ ਹੋ ਚੁੱਕੀ ਹੈ, ਮਤਲਬ ਇਹ ਮੈਚਿਓਰਿਟੀ ਵਾਲਾ ਫੇਜ਼ ਹੈ। ਆਪਸ਼ਨ C ਫਲਾਰ ਸਟਾਕ ਇਲੋਂਗੇਸ਼ਨ ਐਂਡ ਅੰਬਲ ਐਮਰਜੈਂਸ, ਯਾਨੀ ਕਿ ਜਦੋਂ ਫਲਾਰਸ ਦੇ ਸਟਾਕਸ ਬਣਨੇ ਸ਼ੁਰੂ ਹੋ ਜਾਂਦੇ ਆ, ਅੰਬਲ ਫਾਰਮੇਸ਼ਨ ਹੁੰਦੀ, ਕਿਉਂਕਿ ਅਨੀਅਨ ਦੇ ਵਿੱਚ ਅਪੀਅਸ ਹੁੰਦਾ ਨਾ, ਅੰਬਲਸ ਦੀ ਫਾਰਮੇਸ਼ਨ ਹੁੰਦੀ ਹੈ, ਤੇ ਅੰਬਲ ਫਾਰਮੇਸ਼ਨ ਹੁੰਦੀ ਹੈ ਉਦੋਂ ਸਭ ਤੋਂ ਕ੍ਰਿਟੀਕਲ ਹੈ। ਜਾਂ ਫਿਰ ਆਪਸ਼ਨ D ਫਿਜ਼ੀਓਲੋਜੀਕਲ ਮੈਚਿਓਰਿਟੀ ਆਫ ਦ ਸੀਡ, ਯਾਨੀ ਕਿ ਜਦੋਂ ਸੀਡਸ ਇਹਦੇ ਪ੍ਰੋਪਰਲੀ ਮੈਚਿਓਰ ਹੋ ਜਾਂਦੇ ਉਦੋਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਪਹਿਲੇ ਕੁਐਸਚਨ ਨੂੰ ਪੜ੍ਹੋ ਤੇ ਆਪਸ਼ਨਸ ਨੂੰ ਐਨਾਲਾਈਜ਼ ਕਰੋ ਤੇ ਸੋਚੋ ਕਿ ਸਭ ਤੋਂ ਜ਼ਿਆਦਾ ਜਿਹੜੀ ਕਰੈਕਟ ਆਪਸ਼ਨ ਹੈ ਉਹ ਕਿਹੜੀ ਹੋ ਸਕਦੀ ਹੈ ਇਹਦੇ ਲਈ। Option C is correct answer, flower stalk elongation and umbel emergence, यानी कि ਜਦੋਂ ਫਲਾਵਰਿੰਗ ਸਟਾਕਸ ਨਿਕਲਦੀਆਂ, ਜਦੋਂ ਅੰਬਲਸ ਦੀ ਫਾਰਮੇਸ਼ਨ ਹੁੰਦੀ ਉਦੋਂ ਇਰੀਗੇਸ਼ਨ ਪ੍ਰੋਵਾਈਡ ਕਰਨਾ ਸਭ ਤੋਂ ਜ਼ਿਆਦਾ ਕ੍ਰਿਟੀਕਲ ਹੁੰਦਾ ਹੈ। ਇਹਦਾ ਰੀਜ਼ਨ क्या है? एट फ्लावर स्टॉक इलोंगेशन अंबल एमरजेंस, अगर वाटर स्ट्रैस आ गया, जो फ्लावर की स्टॉक इलोंगेट हो रही है, जो अंबल की फॉर्मेशन हो रही है, अगर उस टाइम पर असी प्रॉपरली इरीगेशन नहीं प्रोवाइड करांगे तो उहदे नाल अंबल्स यानी कि जिहड़े साडे फ्लावर्स है वो पुअरली डेवलप होणगे, वधिया नहीं बनणगे, छोटे फ्लावर्स बनणगे, घट होणगे नंबर दे विच ते लो सीड सैट, क्योंकि फ्लावर्स ही डिटरमाइन करते हैं कि अगे साडी सीड प्रोडक्शन किहो जी होएगी, बल्ब्स ही किन्ने लगणगे। अगर फ्लावरिंग साडा रिप्रोडक्टिव वो है ना ऑर्गन, ਉਹਦੇ ਵਿੱਚ ਤਾਂ ਸਾਡੇ ਮੇਲ ਫੀਮੇਲ ਪ੍ਰੈਜ਼ੈਂਟ ਹੈ। ਅਗਰ ਫਲਾਵਰਸ ਹੀ ਸਾਡੀ ਫਲਾਵਰਿੰਗ ਪ੍ਰੋਡਕਸ਼ਨ ਹੀ ਸਾਡੀ ਡਿਲੇ ਹੋ ਜਾਂਦੀ ਹੈ ਜਾਂ ਫਿਰ ਫਲਾਵਰਿੰਗ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸਾਡੀ ਯੀਲਡ ਦੇ ਵਿੱਚ ਵੀ ਰਿਡਕਸ਼ਨ ਆਏਗੀ। ਮਾਈਲਡ ਸਟ੍ਰੈਸ ਐਟ ਲੇਟਰ ਸਟੇजेस may reduce 1000 seed weight but not as drastically at this stage। अगर थोड़ा जिहा स्ट्रैस जो सीड प्रोडक्शन होंगी उदों भी इरीगेशन चाहिए है, लेकिन ऑप्शनस को अगर असी देखिए तो सब तो ज़्यादा क्रिटिकल स्टेज किहड़ी है? फ्लावर स्टॉक इलोंगेशन स्टेज। हुण अगर असी ऑप्शन को देखिए, पहली किहड़ी सीगी? बल्ब फॉर्मेशन स्टेज। इस स्टेज के उपर तो हारवैसटिंग का टाइम नज़दीक आ जाता, वैसे ही असी इरीगेशन लिमिट कर दिंदे आ। नैक फॉल स्टेज तो मैच्योरिटी वाली स्टेज है, वो एक हारवैसटिंग मैच्योरिटी इंडैक्स है जिहड़ा कि ये शो करता है कि अनियन हारवैसट हो चुका है। फिजियोलॉजिकल मैच्योरिटी ऑफ द सीड वो भी हारवैसटिंग के नेड़े होंदी है। तो जिहड़ी साडी करैक्ट ऑप्शन है वैजीटेटिव फेज वाली, वैजीटेटिव फेज तो बाद जिहड़ा फेज आता है ऑप्शन नंबर C होएगी, दैट इज फ्लावर स्टॉक इलोंगेशन एंड अंबल इमरजेंस। Next is question number 3. In Japanese mint, Mentha arvensis, grown for menthol-rich oil, the optimum stage for first harvest to obtain the maximum oil yield and the quality is। जेकर तुसी Japanese mint grow कर रहे हो जिहदा scientific name की है Mentha arvensis, अगर ਉਹਦੇ ਚੋਂ ਤੁਸੀਂ ਮਿਥੇਨੋਲ ਦੀ ਪ੍ਰੋਡਕਸ਼ਨ ਕਰਨੀ ਹੈ, ਕਿਉਂਕਿ ਜਿਹੜੇ ਮਿੰਟ ਹੁੰਦੇ ਆ ਮਿੰਟ ਦੇ ਵਿੱਚੋਂ ਇੱਕ ਇਸੈਂਸ਼ੀਅਲ ਆਇਲ ਐਕਸਟਰੈਕਟ ਹੁੰਦਾ ਜਿਹਦਾ ਨਾਮ ਕੀ ਹੈ? ਮੈਂਥੋਲ ਆਇਲ ਅਸੀਂ ਐਕਸਟਰੈਕਟ ਕਰਨਾ। ਅਸੀਂ ਜੈਪਨੀਜ਼ ਮਿੰਟ ਨੂੰ ਗਰੋ ਕਰ ਰਹੇ ਹਾਂ ਤੇ ਸਾਡਾ ਮੇਜਰ ਪਰਪਸ ਕੀ ਹੈ? ਉਹਨੂੰ ਗਰੋ ਕਰਨ ਦਾ ਆਇਲ ਐਕਸਟਰੈਕਸ਼ਨ। ਤਾਂ ਇਹੋ ਜਿਹੀ ਕਿਹੜੀ ਸਟੇਜ ਹੈ ਜਿੱਥੇ ਅਸੀਂ ਪਹਿਲੀ ਹਾਰਵੈਸਟਿੰਗ ਕਰਾਂਗੇ, ਪਹਿਲੀ ਪਿਕਿੰਗ ਕਰਾਂਗੇ ਤਾਂ ਕਿ ਸਾਡੇ ਕੋਲ ਮੈਕਸਿਮਮ ਯੀਲਡ ਆਵੇ? The options are 50% flowering, pre-flowering stage just before the bud initiation, full vegetative stage 60 days after the planting या फिर seed setting stage। पहले सानू क्वेश्चन समझ आ गया कि नहीं, जैपनीज मिंट है ਉਹਦੇ ਵਿੱਚੋਂ ਅਸੀਂ ਆਇਲ ਨੂੰ ਐਕਸਟਰੈਕਟ ਕਰਨਾ ਹੈ, ਕਿਹੜੀ ਸਟੇਜ ਤੇ ਉਹਦੀ ਹਾਰਵੈਸਟਿੰਗ ਕਰਾਂਗੇ, ਫਰਸਟ ਹਾਰਵੈਸਟਿੰਗ ਕਦੋਂ ਕਰਾਂਗੇ। ऑप्शंस ਹਨ 50% flowering, ऑप्शन B है प्री फ्लावरिंग यानी कि फ्लावरिंग तो जस्ट पहले, ऑप्शन C है फुल वैजीटेटिव स्टेज यानी कि जो मिंट पूरी मैच्योर हो गई है, उस तो बाद लास्ट ऑप्शन क्या है? सीड सेटिंग स्टेज। सो द करेक्ट आंसर इज 50% फ्लावरिंग, मतलब जो जैपनीज मिंट के जेडे 50% हाफ फ्लावरिंग कवर हो जाती है उदों असी फर्स्ट हारवैसटिंग करते हैं। In Mentha arvensis, oil content and menthol percentage peaks around the 50% flowering। ਹੁਣ रीजन क्या है कि ਜਿਹੜਾ ਸਾਡਾ menthol है, ਜਿਹੜਾ ਅਸੀਂ essential oil बनाना है जैपनीज मिंट तो ਉਹਦੀ प्रोडक्शन सब तो ज़्यादा हाई
ਸਭ ਤੋਂ ਜ਼ਿਆਦਾ ਕੁਆਂਟਿਟੀ ਦੇ ਵਿੱਚ ਆਇਲ ਐਕਸਟਰੈਕਟ ਹੋਏਗਾ ਅਗਰ ਤੁਹਾਡੀ ਫਲਾਵਰਿੰਗ 50% ਕੰਪਲੀਟ ਹੋ ਚੁੱਕੀ ਹੈ। ਅਗਰ ਤੁਸੀਂ ਜਲਦੀ ਉਹਨੂੰ ਹਾਰਵੈਸਟ ਕਰ ਲਓਗੇ ਤਾਂ ਆਇਲ ਘੱਟ ਨਿਕਲੇਗਾ, ਅਗਰ ਲੇਟ ਕਰੋਗੇ ਤਾਂ ਉਦੋਂ ਤੱਕ ਤਾਂ ਸੀਡ ਫਾਰਮੇਸ਼ਨ ਹੋ ਚੁੱਕੀ ਹੋਏਗੀ, ਤਾਂ ਉਦੋਂ ਵੀ ਆਇਲ ਜਿਹੜੀ ਹੈ ਆਇਲ ਨਿਕਲੇਗਾ ਹੀ ਨਹੀਂ, ਕਿਉਂਕਿ ਪੱਤੇ ਤਾਂ ਝੜ ਚੁੱਕੇ ਹੋਣਗੇ। ਜਦੋਂ ਸੀਡ ਫਾਰਮੇਸ਼ਨ ਹੁੰਦੀ ਹੈ ਉਹ ਕਿਆ ਇੰਡੀਕੇਟ ਕਰਦੀ ਹੈ, ਇੱਕ ਮੈਚਿਓਰੇਸ਼ਨ ਫੇਸ ਹੈ। ਮੈਚਿਓਰੇਸ਼ਨ ਫੇਸ ਤੇ ਆ ਕੇ ਤਾਂ ਲੀਵਸ ਵੈਸੇ ਹੀ ਸ਼ੈੱਡ ਕਰ ਜਾਂਦੇ ਆ। ਸੋ ਅਗਰ ਅਸੀਂ ਆਪਸ਼ਨਸ ਨੂੰ ਦੇਖੀਏ, ਪਹਿਲੀ ਆਪਸ਼ਨ ਸੀਗੀ 50% ਫਲਾਵਰਿੰਗ, ਪ੍ਰੀ ਫਲਾਵਰਿੰਗ ਤਾਂ ਨਹੀਂ ਹੋ ਸਕਦਾ, ਮਤਲਬ ਫਲਾਵਰਿੰਗ ਤੋਂ ਵੀ ਪਹਿਲਾਂ ਬਰਡਸ ਵੀ ਨਹੀਂ ਇਨੀਸ਼ੀਏਟ ਹੋਏ, ਉਦੋਂ ਤਾਂ ਪ੍ਰੋਪਰਲੀ ਵੈਜੀਟੇਟਿਵ ਸਟੇਜ ਵੀ ਨਹੀਂ ਗਰੋਥ ਅਟੇਨ ਹੋਈ, ਤਾਂ ਆਪਸ਼ਨ ਬੀ ਤਾਂ ਐਲੀਮੀਨੇਟ ਹੋ ਚੁੱਕਿਆ ਹੈ। ਉਸ ਤੋਂ ਬਾਅਦ ਫੁੱਲ ਵੈਜੀਟੇਟਿਵ ਸਟੇਜ 60 ਡੇਜ਼ ਆਫਟਰ ਪਲਾਂਟਿੰਗ, ਇਹ ਵੀ ਆਪਸ਼ਨ ਦੇ ਵਿੱਚ ਨਹੀਂ ਹੋ ਸਕਦਾ, ਕਿਉਂਕਿ ਇਹਦੇ ਵਿੱਚ ਵੈਜੀਟੇਟਿਵ ਸਟੇਜ ਦੀ ਗੱਲ ਕੀਤੀ ਹੈ, ਫਲਾਵਰਿੰਗ ਦੀ ਗੱਲ ਨਹੀਂ ਕੀਤੀ। ਉਸ ਤੋਂ ਬਾਅਦ ਆਪਸ਼ਨ ਡੀ ਕਿਆ ਹੈ, ਸੀਡ ਸੈਟਿੰਗ ਸਟੇਜ, ਇਹ ਤਾਂ ਓਵਰ ਮੈਚਿਓਰ ਸਟੇਜ ਹੋ ਜਾਏਗੀ, ਕਿਉਂਕਿ ਸੀਡਸ ਫਾਰਮੇਸ਼ਨ ਵੀ ਹੋ ਚੁੱਕੀ ਹੈ, ਤੇ ਜਦੋਂ ਸੀਡਸ ਵੀ ਬਣ ਜਾਂਦੇ ਆ, ਪੂਰੀ ਉਹਨੇ ਆਪਣੀ ਸਾਈਕਲ ਨੂੰ ਕੰਪਲੀਟ ਕਰ ਲਿਆ, ਉਦੋਂ ਫਿਰ ਲੀਵਸ ਸੈਨੇਸੈਂਸ ਕਰ ਜਾਣਗੇ, ਲੀਵਸ ਡ੍ਰੌਪ ਹੋ ਜਾਏਗਾ, ਲੀਫ ਝੜ ਜਾਣਗੇ, ਤਾਂ ਇਹ ਵੀ ਨਹੀਂ ਹੋ ਸਕਦਾ। ਸੋ ਜਿਹੜੀ ਕਰੈਕਟ ਆਪਸ਼ਨ ਹੈ ਕਿਹੜੀ ਹੋਏਗੀ, 50% ਫਲਾਵਰਿੰਗ। Next is question number 4. For mango intended for export by sea to the distant market, the most suitable combination of temperature and relative humidity during cold storage. ਅਸੀਂ ਮੈਂਗੋ ਦੀ ਪੋਸਟ ਹਾਰਵੈਸਟ ਕਰਨੀ ਹੈ। ਪੋਸਟ ਹਾਰਵੈਸਟ ਦੇ ਵਿੱਚ ਅਸੀਂ ਦੇਖਣਾ ਹੈ ਕਿ ਮੈਂਗੋ ਨੂੰ ਅਸੀਂ ਲੌਂਗ ਡਿਸਟੈਂਸ ਤੇ ਟਰਾਂਸਪੋਰਟ ਕਰਨਾ ਹੈ, ਮਤਲਬ ਇੰਟਰਸਟੇਟ ਟਰਾਂਸਪੋਰਟੇਸ਼ਨ ਕਰਨੀ ਹੈ, ਤੇ ਉਸ ਟਾਈਮ ਅਸੀਂ ਟੈਂਪਰੇਚਰ ਕਿੰਨਾ ਰੱਖਾਂਗੇ ਤੇ ਰਿਲੇਟਿਵ ਹਿਊਮਿਡਿਟੀ ਕਿੰਨੀ ਰੱਖਾਂਗੇ ਤਾਂ ਕਿ ਮੈਂਗੋ ਦਾ ਜਿਹੜਾ ਫਰੂਟ ਹੈ ਉਹ ਖਰਾਬ ਨਾ ਹੋਵੇ। ਆਪਸ਼ਨਸ ਹਨ 0 to 2 ਡਿਗਰੀ ਸੈਲਸੀਅਸ ਐਂਡ 90 to 95% ਰਿਲੇਟਿਵ ਹਿਊਮਿਡਿਟੀ। ਆਪਸ਼ਨਸ ਦੇ ਵਿੱਚ ਦੋ ਚੀਜ਼ਾਂ ਗਿਵਨ ਹੈ, ਇੱਕ ਤਾਂ ਸਾਡਾ ਟੈਂਪਰੇਚਰ, ਦੂਸਰੀ ਕਿਆ ਹੈ, ਰਿਲੇਟਿਵ ਹਿਊਮਿਡਿਟੀ। 5 to 7 ਡਿਗਰੀ, 80 to 85% रिलेटिव ह्यूमिडिटी। ऑप्शन सी क्या है, 10 to 13 डिग्री टेम्परेचर एंड रिलेटिव ह्यूमिडिटी इज 85 to 90%। या फिर ऑप्शन डी 15 to 18 डिग्री सेल्सियस टेम्परेचर फॉर अ रिलेटिव ह्यूमिडिटी ऑफ 70 to 75%। सो ये असी करैक्ट आंसर नो करैक्ट ऑप्शन चूज करना है। सो ध्यान नाल क्वेश्चन नूं पढ़ो तो सोचो कि आंसर की हो सकता है। ਇਹਦੇ ਵਿੱਚ ਤੁਸੀਂ क्या कर सकते हो, मैंगो ਨੂੰ अपने माइंड ਦੇ ਵਿੱਚ ਲੈ ਕੇ ਆਓ ਕਿ मैंगो ਨੂੰ ਕਿਹੜੀ ਫੇਵਰੇਬਲ ਕਲਾਈਮੈਟਿਕ ਕੰਡੀਸ਼ਨਸ ਚਾਹੀਦੀਆਂ ਹੁੰਦੀਆਂ। मैंगो ਦਾ ਜਦੋਂ ਫਰੂਟ ਬਣ ਜਾਂਦਾ ਉਹਨੂੰ ਕਿੰਨਾ ਟੈਂਪਰੇਚਰ, ਕਿੰਨੀ ਰਿਲੇਟਿਵ ਹਿਊਮਿਡਿਟੀ ਚਾਹੀਦੀ ਹੁੰਦੀ ਹੈ। ਉਸ ਤੋਂ ਥੋੜਾ ਰਿਡਿਊਸ ਹੀ ਕਰਾਂਗੇ। ਰਿਡਿਊਸ ਕਿਉਂ ਕਰਾਂਗੇ, ਕਿਉਂਕਿ ਅਸੀਂ ਡਿਸਟੈਂਟ ਮਤਲਬ ਜ਼ਿਆਦਾ ਦੂਰ ਉਹਨੂੰ ਟਰਾਂਸਪੋਰਟ ਕਰਨਾ ਹੈ। So the correct answer is option number C, 10 to 13 degree Celsius and 85 to 90% of relative humidity। ਹੁਣ ਰੀਜ਼ਨ ਕੀ ਹੈ ਕਿ ਮੈਂਗੋ ਇੱਕ ਤਰ੍ਹਾਂ ਦੀ ਚਿਲਿੰਗ ਸੈਂਸਿਟਿਵ ਕ੍ਰੌਪ ਹੈ ਜਿਹੜਾ ਕਿ 8 ਜਾਂ 10 ਤੋਂ ਬਿਲੋ ਵਾਲਾ ਟੈਂਪਰੇਚਰ ਨਹੀਂ ਟੋਲਰੇਟ ਕਰ ਪਾਏਗੀ। ਅਗਰ ਅਸੀਂ ਮੈਂਗੋ ਨੂੰ 8 ਡਿਗਰੀ ਜਾਂ 10 ਡਿਗਰੀ ਤੋਂ ਬਿਲੋ ਸਟੋਰੇਜ ਪ੍ਰੋਵਾਈਡ ਕਰਦੇ ਹਾਂ ਤਾਂ ਉਹਦੇ ਵਿੱਚ ਚਿਲਿੰਗ ਇੰਜਰੀ ਆਏਗੀ। ਸੋ ਸੂਟੇਬਲ ਆਂਸਰ ਕੀ ਹੈ, ਆਪਸ਼ਨ ਨੰਬਰ ਸੀ। ਜੇਕਰ ਅਸੀਂ ਆਪਸ਼ਨਸ ਨੂੰ ਦੇਖੀਏ ਤਾਂ ਜਿਹੜੀ ਫਰਸਟ 2 ਆਪਸ਼ਨਸ ਹੈ ਇਹਨਾਂ ਦੇ ਵਿੱਚ ਟੈਂਪਰੇਚਰ ਕਿੰਨਾ ਹੈ, 0 to 2 डिग्री सेल्सियस, 5 to 7 डिग्री सेल्सियस। ये तो चिलिंग इंजरी हो जाएगी क्योंकि टेंपरेचर बहुत ज़्यादा लो है। सो ये दो ऑप्शनस तो ऑटोमैटिकली एलिमिनेट हो जाते हैं। बचा ऑप्शन सी, ऑप्शन डी। ऑप्शन डी ਦੇ ਵਿੱਚ अगर ਤੁਸੀਂ ਦੇਖੋ ਤਾਂ ਟੈਂਪਰੇਚਰ ਹਾਈ ਹੈ 15 to 18, ਇੰਨਾ ਤੇ ਨਹੀਂ ਹੋਏਗਾ। ਸੋ ਕਰੈਕਟ ਆਂਸਰ ਇਜ਼ ਆਪਸ਼ਨ ਨੰਬਰ ਸੀ, that is 10 to 13 डिग्री सेल्सियस and 85 to 90% of relative humidity। ਜੇਕਰ ਤੁਹਾਨੂੰ ਕਿਸੇ ਵੀ ਕੁਐਸਚਨ ਦੇ ਵਿੱਚ ਕਨਫਿਊਜ਼ਨ ਹੋ ਰਹੀ ਹੈ, ਕੁਝ ਨਹੀਂ ਪਤਾ ਲੱਗ ਰਿਹਾ, ਤਾਂ ਤੁਸੀਂ ਐਲੀਮੀਨੇਸ਼ਨ ਟੈਕਨੀਕ ਨੂੰ ਯੂਜ਼ ਕਰੋ। ਜਿਹੜੇ ਦੋ ਆਪਸ਼ਨਸ ਤੁਹਾਨੂੰ ਲੱਗ ਰਿਹਾ ਬਿਲਕੁਲ ਹੀ ਨਹੀਂ ਹੋ ਸਕਦੇ ਉਹਨਾਂ ਨੂੰ ਐਲੀਮੀਨੇਟ ਕਰੋ, ਬਚੇ ਦੋ ਆਪਸ਼ਨਸ ਨੂੰ ਐਨਾਲਾਈਜ਼ ਕਰੋ ਤੇ ਸੋਚੋ ਕਿ ਉਹਦੇ ਵਿੱਚੋਂ ਕਿਹੜਾ ਆਨਸਰ ਹੋ ਸਕਦਾ ਹੈ। ਕੋਈ ਵੀ ਕੁਐਸਚਨ ਆ ਰਿਹਾ ਉਹਦੇ ਪੈਕੇਜ ਆਫ ਪ੍ਰੈਕਟਿਸਿਸ ਨੂੰ ਆਪਣੇ ਮਾਈਂਡ ਦੇ ਵਿੱਚ ਲੈ ਕੇ ਆਓ, ਜਿਵੇਂ ਕਿ ਕੋਈ ਕਲਟੀਵੇਟ ਦੇ ਰਿਲੇਟਡ ਹੈ ਜਾਂ ਕੋਈ ਟੈਂਪਰੇਚਰ ਦੇ ਰਿਲੇਟਡ ਹੈ, ਉਹਦੇ ਕਲਾਈਮੈਟਿਕ ਕੰਡੀਸ਼ਨਸ ਨੂੰ ਸੋਚੋ ਤੇ ਫਿਰ ਤੁਹਾਨੂੰ ਆਈਡੀਆ ਜਾ ਹੋ ਜਾਏਗਾ ਕਿ ਕਿੰਨਾ ਟੈਂਪਰੇਚਰ, ਕਿੰਨੀ ਰਿਲੇਟਿਵ ਹਿਊਮਿਡਿਟੀ ਸੂਟੇਬਲ ਰਹੇਗੀ ਪੋਸਟ ਹਾਰਵੈਸਟ ਦੇ ਲਈ। ਨੈਕਸਟ ਇਜ਼ ਕੁਐਸਚਨ 5। Most commercial deserted bananas belong to which genomic constitution and reproductive type? ਅਸੀਂ ਗੱਲ ਕਰ ਰਹੇ ਹਾਂ ਡਵਾਰਫ ਕੈਵਨਡਿਸ਼ ਦੀ। ਦੇਖੋ ਜਿਹੜਾ ਬਨਾਨਾ ਹੈ ਉਹਨੂੰ ਵੀ ਡਿਫਰੈਂਟ ਸਟੇਟਸ ਦੇ ਵਿੱਚ ਡਿਫਰੈਂਟ ਪਰਪਸ ਲਈ ਕੰਜ਼ਿਊਮ ਕੀਤਾ ਜਾਂਦਾ ਹੈ। ਕਈ ਜਗ੍ਹਾ ਇਹਨੂੰ ਡੈਜ਼ਰਟ ਪਰਪਸ ਦੇ ਲਈ ਯੂਜ਼ ਕੀਤਾ ਜਾਂਦਾ ਹੈ,
ਕਈ ਜਗ੍ਹਾ ਇਹਦੇ ਈਵਨ ਕਿ ਵੈਜੀਟੇਬਲ ਪਰਪਸ ਜਦੋਂ ਇਹ ਕੱਚੇ ਹੁੰਦੇ ਇਹਨਾਂ ਦੀ ਵੈਜੀਟੇਬਲ ਵੀ ਕਈ ਬਣਾਉਂਦੇ ਆ ਕਈ ਸਟੇਟਸ ਦੇ ਵਿੱਚ, ਜਿੱਦਾਂ ਕਿ ਸਾਊਥ ਸਾਈਡ। ਸੋ ਅਸੀਂ ਦੱਸਣਾ ਹੈ ਕਿ ਜਿਹੜੀ ਡੈਜ਼ਰਟਡ ਟਾਈਪ ਆਫ ਬਨਾਨਾ ਹੈ ਜਿਹਦਾ ਨਾਮ ਕੀ ਹੈ ਡਵਾਰਫ ਕੈਵਨਡਿਸ਼, ਇਹਦੀ ਜੀਨੋਮਿਕ ਕੰਸਟੀਟਿਊਸ਼ਨ ਕੀ ਹੈ। ਸੋ ਇਹ ਬਰੀਡਿੰਗ ਦੇ ਰਿਲੇਟਡ ਕੁਐਸਚਨ ਹੈ ਤੇ ਅਸੀਂ ਇਹ ਵੀ ਦੱਸਣਾ ਕਿ ਇਹ ਕਿਵੇਂ ਰੀਪਰੋਡਕਟਿਵ ਟਾਈਪ, ਮਤਲਬ ਇਹਦੇ ਵਿੱਚ ਰੀਪਰੋਡਕਸ਼ਨ ਕਿਵੇਂ ਕਰਵਾਈ ਜਾਂਦੀ ਹੈ। ਆਪਸ਼ਨ ਏ ਇਜ਼ ਏ ਜੀਨੋਮ ਡਿਪਲੋਇਡ। ਹੁਣ ਅਗਰ ਤੁਸੀਂ ਆਪਸ਼ਨ ਨੂੰ ਦੇਖੋ, ਜਿਹੜੇ ਆਪਸ਼ਨ ਏ ਹੈ ਆਪਸ਼ਨ ਬੀ ਹੈ, ਦੋਨਾਂ ਦੇ ਵਿੱਚ ਸੇਮ ਜੀਨੋਮਸ ਹੈ ਕਿਉਂਕਿ ਦੋਨਾਂ ਦੇ ਵਿੱਚ ਸੇਮ ਹੀ ਲੈਟਰਸ ਹੈ, ਏ ਡਬਲ ਏ, ਇੱਥੇ ਟ੍ਰਿਪਲ ਏ ਦਾ ਯੂਜ਼ ਹੋਇਆ ਹੈ। ਸੋ ਇਹ ਡਿਪਲੋਇਡ ਹੈ, ਇਹ ਟ੍ਰਿਪਲੋਇਡ ਹੈ। ਡਿਪਲੋਇਡ ਹੈ ਫਰਟਾਈਲ ਸੀਡ ਬੀਅਰਿੰਗ, ਅਸੀਂ ਦੱਸਣਾ ਹੈ ਕਿ ਇਹਦੀ ਜੀਨੋਮਿਕ ਕੰਸਟੀਟਿਊਸ਼ਨ ਕਿਆ ਡਿਪਲੋਇਡ ਹੈ, ਏ ਕੰਸਟੀਟਿਊਸ਼ਨ ਦੀ ਫਾਰਮ ਦੇ ਵਿੱਚ ਹੈ, क्या ये फर्टाइल सीड बियरिंग है, ऑप्शन नंबर बी है, क्या फिर ये ट्रिप्लॉइड है, ट्रिप्लॉइड यानी कि 3A है, ਇਹਦੇ ਵਿੱਚ पार्थिनोकार्पिक है। ऑप्शन सी A ट्रिप्लॉइड है, पार्थिनोकार्पिक है, या फिर ऑप्शन डी A B टाइप का ट्रिप्लॉइड है। मतलब ये लैटर्स क्या डिनोट करते हैं, जीनोमिक कंस्टिट्यूशन ਨੂੰ रिप्रेजेंट कर रहे हैं। A एक टाइम है, मतलब एक जीनोटाइप एक ही बार एक्सप्रेस होया है, बी 2 बार है, यानी कि बी वाला जो जीनोटाइप है वो 2 बार एक्सप्रेस हो चुका है। सो करेक्ट आंसर इज ऑप्शन नंबर बी, ए ट्रिप्लॉइड फॉर्म ਦੇ ਵਿੱਚ ਹੁੰਦਾ ਹੈ ਤੇ ਪਾਰਥੀਨੋਕਾਰਪਿਕ ਹੁੰਦਾ ਹੈ। ਹੁਣ ਜੇਕਰ ਅਸੀਂ ਦੇਖੀਏ ਜਿਹੜਾ ਸਾਡਾ ਬਨਾਨਾ ਹੈ ਨਾ, ਉਹਦੇ ਜਿਹੜੇ ਜੀਨੋਮਸ ਹੈ ਉਹ ਸੇਮ ਹੀ ਹੁੰਦੇ ਆ, ਤਾਂ ਸੇਮ ਵਾਲੀ ਆਪਸ਼ਨ ਅਸੀਂ ਲੱਭਣੀ ਹੈ। ਇਹਦੇ ਵਿੱਚ ਆਪਸ਼ਨ ਸੀ ਇਹ ਵੀ ਐਲੀਮੀਨੇਟ ਹੋ ਗਿਆ ਕਿਉਂਕਿ ਇਹਦੇ ਵਿੱਚ 3 ਲੈਟਰਸ ਆ ਰਹੇ ਹੈ, ਏ ਦੀ ਰੈਪੀਟੇਸ਼ਨ ਹੈ, ਫਰਦਰ ਬੀ ਹੈ। ऑप्शन डी ਨੂੰ ਦੇਖੀਏ ਤਾਂ A ਹੈ ਤੇ 2 B ਆ ਰਹੇ, ਇਹ ਵੀ ਐਲੀਮੀਨੇਟ ਹੋ ਗਿਆ। ਸੋ ਬਚਿਆ ਕਿਆ, 2 ਆਪਸ਼ਨਸ ਰਹਿ ਗਏ ਸਾਡੇ ਕੋਲ। ਤੇ ਹੁਣ ਸਾਨੂੰ ਇਹ ਵੀ ਪਤਾ ਹੈ ਕਿ ਜਿਹੜਾ ਬਨਾਨਾ ਦੇ ਡੈਜ਼ਰਟਡ ਟਾਈਪ ਉਹ ਟ੍ਰਿਪਲੋਇਡ ਫਾਰਮ ਦੇ ਵਿੱਚ ਹੁੰਦੇ, ਯਾਨੀ ਕਿ 3 ਪਲੋਇਡੀ ਲੈਵਲ ਹੈ ਉਹਨਾਂ ਦਾ, 3N। ਸੋ 3N ਵਾਲਾ ਅਗਰ ਅਸੀਂ ਕੇਸ ਦੇਖੀਏ ਤਾਂ ਇੱਕੋ ਹੀ ਕੇਸ ਹੈ, ਇਹ ਵਾਲਾ ਜੋ ਬਚਿਆ, ਕਿਉਂਕਿ ਇਹ ਤਾਂ ਡਿਪਲੋਇਡ ਫਾਰਮ ਹੈ। ਤਾਂ ਕਰੈਕਟ ਆਂਸਰ ਕੀ ਹੋਏਗੀ, ਆਪਸ਼ਨ ਨੰबर B दैट इज ट्रिप्लॉइड फॉर्म। और ये पार्थिनोकार्पिक नेचर के होंगे हैं। हुण इहदे रिलेटेड होर भी सानू इन्फॉर्मेशन पता होनी चाहिए। पॉपुलर टेबल बनानास लाइक डवार्फ, कैवेंडिश, रोबस्टा, दे ऑल आर ट्रिप्लॉइड्स एंड पार्थिनोकार्पिक। पार्थिनोकार्पिक मतलब इन्हां दे विच सीड्स नहीं हुंदे, सीडलैस हुंदे ते इन्हां दी प्रोडक्शन किद्दां हुंदी है, विदाउट फर्टिलाइजेशन। जेकर फर्टिलाइजेशन ही नहीं हुई तो नैचुरल है कि सीड्स कितों प्रोड्यूस होंगे, बिकॉज सीड्स तो ही प्रोड्यूस होंगे अगर फ्लावर के जो मेल फीमेल ऑर्गनस है उन्होंने फर्टिलाइजेशन होंगी है। फर्टिलाइजेशन होने तो बाद अव्यूल्स तो सीड बनते हैं। तो अगर साड़ी फर्टिलाइजेशन नहीं हो रही तो पार्थिनोकार्पी होएगी, यानी कि सीडलैस फ्रूट्स प्रोड्यूस होंगे। तो जी साड़ी अगर असी गल करिए ट्रिप्लॉइड फॉर्म के जो डिफरेंट जीनोम्स आ जाते हैं, AA या फिर सिंगल A वाले जोड़े टाइप्स है वो सारे कुकिंग टाइप्स के होंगे हैं, मतलब उन्होंने यूज़ किया जाता है कुकिंग परपस के लिए, वैजीटेबल परपस के लिए। तो जिन्हें भी साढ़े टेबल बनानास है डेजर्टेड टाइप जिन्होंने असी एवें ही खाते हैं, जिदा कि डवार्फ, कैवेंडिश या फिर रोबस्टा की अगर असी गल करिए तो इन्हों का जीनोम्स हमेशा सेम रहेगा। तो ये पार्थिनोकार्पिक होंगे हैं। पार्थिनोकार्पिक का मतलब क्या है कि फ्रूट्स की डेवलपमेंट विदाउट फर्टिलाइजेशन हो रही है। फर्टिलाइजेशन तो बिना ही फ्रूट्स प्रोड्यूस हो रहे हैं तो फ्रूट्स किहो जे होंगे, सीडलैस होंगे, यानी कि उन्होंने विच बीज नहीं होएगा। जेकर तुसी चाहते हो कि असी एवें ही तुहाडे लई इंपॉर्टेंट क्वेश्चनस की सीरीज़ नूं होर भी लैके आइए, इंपॉर्टेंट क्वेश्चन नूं तुहाडे नाल डिस्कस करिए, तो साडा बैच शुरू हो चुका है, उड़ान बैच। ये बैच 1 दिसंबर तो शुरू हो चुका है, इसकी टैस्ट सीरीज़ नूं भी असी अपडेट कर लिया। इस बैच नूं जरूर एनरोल करो। टैस्ट सीरीज़ इहदे विच प्रोवाइड हो रही है तुहानूं 999 रुपीज़ दे विच। इस टैस्ट सीरीज़ के अंदर तुहाडे जिहड़े हर एक टॉपिक नूं कवर करवाया जाएगा, क्योंकि जिहड़ी साडी अगर असीं टॉपिक नूं एनालाइज करिए ना, इस टॉपिक के अंदर फ्रूट साइंस भी है, सिलेबस के अंदर फ्रूट साइंस भी है, वैजीटेबल साइंस भी है, मैडिसिनल एंड एरोमैटिक्स भी है, उस तो बाद इहदे विच लैंडस्केपिंग दे भी है, फ्लावर प्रोडक्शन का भी है। सो ये जिहड़ा
ਬਰੀਡਿੰਗ ਦਾ ਕਨਸੈਪਟ ਵੀ ਹੈ। ਸੋ ਜਿਹੜਾ ਟੌਪਿਕ ਮਤਲਬ ਤੁਹਾਨੂੰ ਲੈਂਥ ਵਾਈਜ਼ ਅਗਰ ਸਿਲੇਬਸ ਨੂੰ ਐਨਾਲਾਈਜ਼ ਕਰੀਏ ਤਾਂ ਲੈਂਥ ਸ਼ਾਰਟ ਹੈ, ਬਟ ਅਗਰ ਅਸੀਂ ਕ੍ਰਿਟੀਕਲੀ ਉਹਨੂੰ ਇਵੈਲੂਏਟ ਕਰੀਏ ਤਾਂ ਟੌਪਿਕਸ ਬਹੁਤ ਜ਼ਿਆਦਾ ਵਾਸਟ ਨੇ। ਤੁਹਾਨੂੰ ਫਲਾਵਰ ਪ੍ਰੋਡਕਸ਼ਨ ਵੀ ਪਤਾ ਹੋਣੀ ਚਾਹੀਦੀ ਹੈ, ਫਰੂਟ ਸਾਇੰਸ ਵੀ, ਵੈਜੀਟੇਬਲ ਸਾਇੰਸ ਵੀ, ਮੈਡੀਸਨਲ ਐਰੋਮੈਟਿਕਸ ਵੀ, ਤੁਹਾਨੂੰ ਪੈਕੇਜ ਆਫ ਪ੍ਰੈਕਟਿਸਿਸ ਦਾ ਵੀ ਪਤਾ ਹੋਣਾ ਚਾਹੀਦਾ, ਪੋਸਟ ਹਾਰਵੈਸਟ ਵੀ ਤੁਸੀਂ ਕਰਨੀ ਹੈ। ਜੇਕਰ ਤੁਸੀਂ MCQs ਦੀ ਫਾਰਮ ਦੇ ਵਿੱਚ ਹੀ ਇਹਨੂੰ ਪ੍ਰੈਕਟਿਸ ਕਰੋਗੇ ਤਾਂ ਉਹ ਜ਼ਿਆਦਾ ਬੈਟਰ ਹੈ। ਜਿੱਦਾਂ ਕਿ MCQ ਨੂੰ ਡਿਸਕਸ ਕੀਤਾ ਤੇ ਉਹ MCQ ਕੋਈ ਵੀ ਕੁਐਸਚਨ ਨੂੰ ਲਿਆ, ਉਹਦੇ ਮਲਟੀਪਲ ਚੋਇਸ ਕੁਐਸਚਨ ਫਾਰਮ ਨੂੰ ਡਿਸਕਸ ਕੀਤਾ ਤੇ ਉਹਦੇ ਰਿਲੇਟਡ ਕੰਸਰਨਡ ਜਿੰਨੇ ਵੀ ਟੌਪਿਕਸ ਬਣਦੇ ਆ ਉਹਨਾਂ ਸਭ ਨੂੰ ਡਿਸਕਸ ਕਰਕੇ ਪੜ੍ਹੋ। ਇਹਦੇ ਨਾਲ ਤੁਹਾਨੂੰ ਜ਼ਿਆਦਾ ਵਧੀਆ ਯਾਦ ਹੋਏਗਾ ਸਾਰਾ ਕੁਝ, ਕਿਉਂਕਿ ਟੌਪਿਕਸ ਨੂੰ ਕ੍ਰੈਮ ਕਰਨ, ਕਿਉਂਕਿ ਇਹ ਸਬਜੈਕਟਿਵ ਪੇਪਰ ਨਹੀਂ ਹੈ, ਆਬਜੈਕਟਿਵ ਹੈ। ਸੋ ਇਹਦੇ ਵਿੱਚ ਕੀ ਹੋ ਸਕਦਾ ਕਿ ਜਿੰਨੀ ਤੁਸੀਂ ਮਲਟੀਪਲ ਚੋਇਸ ਕੁਐਸਚਨਸ ਨੂੰ ਪ੍ਰੈਕਟਿਸ ਕਰੋਗੇ, ਜਿੰਨੀ ਪ੍ਰੀਵੀਅਸ ਈਅਰ ਕੁਐਸਚਨਸ ਦੀ ਪ੍ਰੈਕਟਿਸ ਕਰੋਗੇ, ਉਹੀ ਇੰਪਰੂਵਮੈਂਟ ਲੈ ਕੇ ਆਏਗੀ। ਜੇਕਰ ਤੁਸੀਂ ਸਾਡਾ ਪੂਰਾ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਉਹ ਵੀ ਕਰ ਸਕਦੇ। ਸਾਡਾ ਕੰਪਲੀਟ ਆਨਲਾਈਨ ਕੋਰਸ ਪਏਗਾ ਤੁਹਾਨੂੰ 4999 ਰੁਪੀਸ ਦੇ ਵਿੱਚ। ਜੇਕਰ ਤੁਸੀਂ ਆਫਲਾਈਨ ਜੁਆਇਨ ਕਰਨਾ, ਸਾਡਾ ਇੰਸਟੀਟਿਊਟ ਹੈ ਖਰੜ ਦੇ ਵਿੱਚ, ਉਹ ਤੁਹਾਨੂੰ ਪਏਗਾ 9999 ਰੁਪੀਸ ਦੇ ਵਿੱਚ। ਸੋ ਟੈਸਟ ਸੀਰੀਜ਼ ਨੂੰ ਜ਼ਰੂਰ ਐਨਰੋਲ ਕਰੋ। ਐਗਜ਼ਾਮ ਦੀ ਡੇਟ ਅਨਾਉਂਸ ਹੋਣ ਦਾ ਵੇਟ ਨਾ ਕਰੋ। ਜੋ ਤੁਹਾਨੂੰ ਟਾਈਮ ਮਿਲਿਆ ਉਹਨੂੰ ਪ੍ਰੋਪਰਲੀ ਯੂਟੀਲਾਈਜ਼ ਕਰੋ, ਪ੍ਰੈਪਰੇਸ਼ਨ ਕਰੋ, ਟੈਸਟ ਸੀਰੀਜ਼ ਦੇ ਵਿੱਚ ਐਨਰੋਲ ਕਰੋ, ਟੈਸਟ ਦਿਓ ਤਾਂ ਕਿ ਤੁਹਾਨੂੰ ਪਤਾ ਲੱਗੇ ਕਿਹੜਾ ਟੌਪਿਕ ਤੁਹਾਡਾ ਵੀਕ ਹੈ, ਕਿੱਥੇ ਤੁਹਾਨੂੰ ਹੋਰ ਇੰਪਰੂਵਮੈਂਟ ਕਰਨ ਦੀ ਨੀਡ ਹੈ। ਜਿਹੜਾ ਸਾਡਾ ਰਿਜ਼ਲਟ ਹੈ ਹਮੇਸ਼ਾ ਹੀ ਬੈਸਟ ਰਿਹਾ ਹੈ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਾਡੇ ਹੀ ਸਟੂਡੈਂਟਸ ਨੇ ਜੋ ਕਿ ਹਾਇਰ ਪੋਸਟ ਤੇ ਡੈਜ਼ਿਗਨੇਟਡ ਹਨ, ਜਿਵੇਂ ਕਿ ਮਯੰਕ ਮੁਦਗਿਲ ਜੋ ਕਿ IPS ਹਨ, ਆਕ੍ਰਿਤੀ ਸੇਠੀ ਜੋ ਕਿ IAS ਹਨ, ਮਹਿਕ ਸਵਾਮੀ ਜੋ ਕਿ IPS ਹਨ। ਜੇਕਰ ਤੁਸੀਂ ਚਾਹੁੰਦੇ ਹੋ ਕਿ ਇੱਥੇ ਨੈਕਸਟ ਫੋਟੋਗ੍ਰਾਫ ਤੁਹਾਡਾ ਹੋਵੇ ਤਾਂ ਤੁਸੀਂ ਸਾਡੇ ਬੈਚ ਦੇ ਵਿੱਚ ਐਨਰੋਲ ਕਰੋ, ਟੈਸਟ ਸੀਰੀਜ਼ ਨੂੰ ਦਿਓ ਤੇ ਆਪਣੀ ਪਰਫਾਰਮੈਂਸ ਨੂੰ ਇੰਪਰੂਵ ਕਰੋ। ਇਸ ਟੈਸਟ ਸੀਰੀਜ਼ ਦੇ ਅੰਦਰ ਤੁਹਾਡੇ ਫੁੱਲ ਮੌਕ ਟੈਸਟ ਵੀ ਹੋਣਗੇ, ਟੌਪਿਕ ਵਾਈਜ਼ ਟੈਸਟ ਵੀ ਹੋਣਗੇ, ਜਿੰਨੇ ਵੀ ਇਹਦੇ ਵਿੱਚ ਪੈਕੇਜ ਆਫ ਪ੍ਰੈਕਟਿਸਿਸ ਆ ਰਹੇ ਆ ਸਾਰੇ ਤੁਹਾਨੂੰ ਰਿਵਾਈਜ਼ ਕਰਵਾਵਾਂਗੇ। ਸੋ ਟੈਸਟ ਸੀਰੀਜ਼ ਨੂੰ ਜਾ ਕੇ ਜ਼ਰੂਰ ਐਨਰੋਲ ਕਰੋ। ਹੁਣ ਤੁਸੀਂ ਸਾਡੇ ਨਾਲ ਕੰਟੈਕਟ ਕਿਵੇਂ ਕਰ ਸਕਦੇ ਹੋ? ਸਾਡਾ ਟੈਲੀਗ੍ਰਾਮ ਚੈਨਲ ਪ੍ਰੋਵਾਈਡਡ ਹੈ, ਦੈਟ ਇਜ਼ HPSC ADIO 2026। ਇਸ ਚੈਨਲ ਦੇ ਥਰੂ ਤੁਹਾਨੂੰ ਬੈਚ ਰਿਲੇਟਡ ਸਾਰੇ ਅਪਡੇਟਸ, ਐਗਜ਼ਾਮ ਰਿਲੇਟਡ ਅਪਡੇਟਸ, ਇੰਪੋਰਟੈਂਟ ਕੁਐਸਚਨ ਸੀਰੀਜ਼, ਟੈਸਟ ਸੀਰੀਜ਼ ਸਾਰੇ ਇੱਥੇ ਮਿਲ ਜਾਣਗੇ। ਜੇਕਰ ਤੁਸੀਂ ਬੈਚ ਨੂੰ ਐਨਰੋਲ ਕਰਨਾ ਹੈ, ਬੈਚ ਰਿਲੇਟਡ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਸਾਡਾ WhatsApp ਨੰਬਰ ਪ੍ਰੋਵਾਈਡਡ ਹੈ, ਇਸ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਸੋ ਇਸੀ ਦੇ ਨਾਲ ਸਾਡੀ ਅੱਜ ਦੀ ਸੀਰੀਜ਼ ਪਾਰਟ 3 ਕੰਪਲੀਟ ਹੋ ਚੁੱਕਿਆ ਹੈ। ਨੈਕਸਟ ਲੈਕਚਰ ਦੇ ਵਿੱਚ ਤੁਹਾਡੇ ਲਈ ਅਸੀਂ ਹੋਰ ਵੀ ਇੰਟਰਸਟਿੰਗ ਕੁਐਸਚਨਸ, ਇੰਟਰਸਟਿੰਗ ਟੌਪਿਕਸ ਨੂੰ ਲੈ ਕੇ ਆਵਾਂਗੇ। Till then, continue with the preparation.